हाँ जी स्टूडेंट्स, ਅੱਜ ਅਸੀਂ ਆਪਣਾ ਇੱਕ ਐਸੇ ਟਾਈਪ ਕੁਐਸਚਨ ਲੌਂਗ ਆਨਸਰ ਟਾਈਪ ਕੁਐਸਚਨ ਕਰਾਂਗੇ ਜੀ। ਉਹ ਹੈ ਕਰੈਕਟਰ ਸਕੈਚ ਆਫ ਟੌਮ ਸਾਇਰ। ਤਾਂ ਬੇਟਾ ਅਸੀਂ ਟੌਮ ਸਾਇਰ, ਵਾਈਟ ਵਾਸ਼ਿਸ ਦਾ ਫੈਂਸ, ਇਹ ਸਾਰਾ ਚੈਪਟਰ ਕੰਪਲੀਟ ਕਰ ਚੁੱਕੇ। 2 ਕਲਾਸਿਸ ਦੇ ਵਿੱਚ ਆਪਾਂ ਇਸ ਚੈਪਟਰ ਦੀ ਪੂਰੀ ਐਕਸਪਲੇਨੇਸ਼ਨ ਤੇ ਐਨਾਲਿਸਿਸ ਕੀਤਾ। ਉਮੀਦ ਹੈ ਕਿ ਤੁਹਾਨੂੰ ਸਾਰਾ ਚੈਪਟਰ ਸਮਝ ਆ ਗਿਆ ਹੋਣਾ। ਅੱਜ ਆਪਾਂ ਬੇਟਾ ਇਸ ਦਾ ਜਿਹੜਾ ਮੇਨ ਕੁਐਸਚਨ ਹੈ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਟੌਮ ਸਾਇਰ ਦਾ ਕਰੈਕਟਰ ਸਕੈਚ, ਉਹ ਕਰਾਂਗੇ ਅਸੀਂ ਡਿਸਕਸ। ਕਿਉਂਕਿ ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨ ਹੁੰਦੇ ਨੇ ਹਮੇਸ਼ਾ ਬੱਚਿਆਂ ਨੂੰ ਲਿਖਣੇ ਔਖੇ ਲੱਗਦੇ ਨੇ, ਤਾਂ ਇਹ ਜਿਹੜਾ ਔਖਾ ਕੰਮ ਹੈ ਇਹ ਮੈਂ ਕਰਦਾ ਬੱਚਿਆਂ ਲਈ। ਲੇਕਿਨ ਤੁਹਾਨੂੰ ਵੀ ਇੱਕ ਕੰਮ ਦੇਣਾ ਹੁੰਦਾ ਮੈਂ, ਉਹ ਇਹ ਹੈ ਕਿ ਜਿਹੜੇ ਇਹਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈ, ਜਦੋਂ ਤੁਸੀਂ ਆਹ ਵਾਲਾ ਸਮਝ ਲਓਗੇ ਸਾਰਾ ਜਿਹੜਾ ਐਸੇ ਟਾਈਪ ਕੁਐਸਚਨ ਮੈਂ ਆਨਸਰ ਕਰਵਾ ਰਹੇ ਹਾਂ, ਤਾਂ ਉਸ ਤੋਂ ਬਾਅਦ ਤੁਸੀਂ ਲੌਂਗ ਆਨਸਰ ਟਾਈਪ ਆਪ ਕਰਕੇ ਦੇਖਿਓ, ਤਾਂ ਤੁਹਾਡੇ ਲਈ ਈਜ਼ੀ ਹੋ ਜਾਣਗੇ, ਉਹ ਵੀ ਸੋਲਵ ਹੋ ਜਾਣਗੇ। ਪਰ ਫਿਰ ਵੀ ਜੇਕਰ ਕੋਈ ਤੁਹਾਨੂੰ ਮੰਨ ਲਓ ਕੋਈ ਕੁਐਸਚਨ ਜਿਹੜਾ ਸ਼ਾਰਟ ਆਨਸਰ ਟਾਈਪ ਹੈ ਨਹੀਂ ਸਮਝ ਆਉਂਦਾ ਜਾਂ ਨਹੀਂ ਪਤਾ ਲੱਗਦਾ, ਤਾਂ ਤੁਸੀਂ ਮੈਨੂੰ WhatsApp ਕਰਕੇ ਪੁੱਛ ਸਕਦੇ ਹੋ। ਤਾਂ ਫਿਲਹਾਲ ਤੁਸੀਂ ਬੇਟਾ ਇਸ ਦਾ ਜਿਹੜਾ ਲੌਂਗ ਆਨਸਰ ਟਾਈਪ ਕੁਐਸਚਨ ਹੈ, ਪੇਪਰ 'ਚ ਆਉਣ ਵਾਲਾ ਕੁਐਸਚਨ ਹੈ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਤਾਂ ਇਸ ਨੂੰ ਤੁਸੀਂ ਸਮਝਣਾ ਚੰਗੀ ਤਰ੍ਹਾਂ। ਤਾਂ ਐਜ਼ ਯੂਜ਼ੁਅਲ ਅਸੀਂ ਸਟਾਰਟ ਕਰਦੇ ਹਾਂ ਜੀ ਪਹਿਲੀ ਲਾਈਨ ਤੋਂ ਕਿ ਟੌਮ ਵਾਈਟ ਵਾਸ਼ਿਸ ਆ ਫੈਂਸ। ਪੂਰਾ ਜਿਹੜਾ ਸਾਡਾ ਚੈਪਟਰ ਦਾ ਨਾਮ ਹੈ ਬੇਟਾ, ਇਸ ਨੂੰ ਤੁਸੀਂ ਇਸੇ ਤਰ੍ਹਾਂ ਲਿਖਣਾ ਹੈ। ਤੇ ਟੌਮ ਵਾਈਟ ਵਾਸ਼ਿਸ ਆ ਫੈਂਸ ਇਜ਼ ਰਿਟਨ ਬਾय ਮਾਰਕ ਟਵੇਨ। ਨਾਓ ਮਾਰਕ ਟਵੇਨ ਦਾ ਨਾਮ ਬੇਟਾ ਧਿਆਨ ਨਾਲ ਲਿਖਣਾ ਹੈ, M ਵੱਡੀ ਤੇ T ਵੱਡੀ, ਬਾਕੀ ਸਾਰੇ ਅੱਖਰ ਛੋਟੇ। ਇਸੇ ਤਰ੍ਹਾਂ ਜਿਹੜਾ ਸਾਡਾ ਚੈਪਟਰ ਦਾ ਨੇਮ ਹੈ, ਉਹਦੀ T ਵੱਡੀ ਤੇ ਫੈਂਸ ਦੀ F ਵੱਡੀ, ਇਹ ਤੁਸੀਂ ਸਾਰਾ ਈਵਨ ਕਿ W ਵੀ ਵੱਡੀ ਪਾਈ ਹੋ, ਮੇਰੇ ਤੋਂ ਛੋਟੀ ਪੈ ਗਈ, ਤਾਂ ਤੁਸੀਂ ਇਸ ਨੂੰ ਵੱਡਾ ਕਰ ਲਿਓ, ਤਾਂ ਬਾਕੀ ਸਾਰੇ ਅੱਖਰ ਛੋਟੇ ਪਾਣੇ ਹੈ ਇਸ ਤਰੀਕੇ ਦੇ ਨਾਲ। ਅੱਛਾ, ਇਸ ਚੈਪਟਰ ਨੂੰ ਆਪਾਂ ਸਿੰਗਲ ਕੋਟਸ ਦੇ ਵਿੱਚ ਪਾਣਾ, ਤਾਂ ਇਹ ਪੂਰਾ ਪਹਿਲੀ ਲਾਈਨ ਬੇਟਾ ਧਿਆਨ ਨਾਲ ਪਾਇਆ ਕਰੋ। ਪਹਿਲਾ ਇੰਪ੍ਰੈਸ਼ਨ ਸਾਡਾ ਵਧੀਆ ਇੰਪ੍ਰੈਸ਼ਨ ਹੋਣਾ ਚਾਹੀਦਾ ਹੈ ਪੇਪਰ ਚੈੱਕ ਕਰਨ ਵਾਲੇ ਤੇ, ਬਿਲਕੁਲ ਕੋਈ ਗਲਤੀ ਨਾ ਹੋਵੇ ਚੈਪਟਰ ਦੇ ਨਾਮ 'ਚ, ਅਤੇ ਰਾਈਟਰ ਦੇ ਨਾਮ 'ਚ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਤਾਂ ਚੈਪਟਰ ਕਿਵੇਂ ਸਟਾਰਟ ਹੁੰਦਾ ਬੇਟਾ ਕਿ ਟੌਮ ਕੇਮ ਬੈਕ ਹੋਮ ਵੈਰੀ ਲੇਟ ਇਨ ਦਾ ਈਵਨਿੰਗ। ਤਾਂ ਸ਼ੁੱਕਰਵਾਰ ਦੀ ਸ਼ਾਮ ਦੀ ਗੱਲ ਹੋ ਰਹੀ ਹੈ ਕਿ ਟੌਮ ਸ਼ਾਮ ਨੂੰ ਬਹੁਤ ਲੇਟ ਪਹੁੰਚਦਾ ਹੈ, ਇਨ ਦਾ ਈਵਨਿੰਗ ਸ਼ਾਮ ਨੂੰ, ਵੈਰੀ ਲੇਟ ਬਹੁਤ ਲੇਟ ਪਹੁੰਚਦਾ ਹੈ, ਕੇਮ ਬੈਕ ਹੋਮ ਆਪਣੇ ਘਰ ਬਹੁਤ ਲੇਟ ਪਹੁੰਚਦਾ ਹੈ। ਹੁਣ ਤੁਹਾਨੂੰ ਪਤਾ ਬੇਟਾ ਟੌਮ ਦੇ ਘਰ ਦੇ ਵਿੱਚ ਆਂਟ ਪੋਲੀ ਵੀ ਰਹਿੰਦੀ ਹੈ ਉਸਦੀ, ਤਾਂ ਆਂਟ ਪੋਲੀ ਆਰਡਰਡ ਹਿਮ ਟੂ ਵਾਈਟ ਵਾਸ਼ ਦਾ ਹੋਲ ਫੈਂਸ ਔਨ ਸੈਟਰਡੇ। ਸ਼ੁੱਕਰਵਾਰ ਨੂੰ ਸ਼ਾਮ ਨੂੰ ਜਦੋਂ ਲੇਟ ਆਂਦਾ ਹੈ, ਤਾਂ ਫਿਰ ਆਂਟ ਪੋਲੀ ਉਸ ਤੇ ਸਜ਼ਾ ਲਗਾਉਂਦੀ ਹੈ। ਆਰਡਰਡ ਹਿਮ, ਆਰਡਰ ਦਾ ਮਤਲਬ ਹੁਕਮ ਲਗਾਉਂਦੀ ਹੈ, ਹਿਮ ਉਸ ਤੇ ਕਿ ਉਹ ਵਾਈਟ ਵਾਸ਼ ਕਰੇ। ਵਾਈਟ ਵਾਸ਼ ਦਾ ਮਤਲਬ ਕਲੀ ਕਰਨਾ। ਵਾਈਟ ਵਾਸ਼ ਕਰੇ ਕਿਸ ਨੂੰ? ਦਾ ਹੋਲ ਫੈਂਸ, ਪੂਰੀ ਦੀ ਪੂਰੀ ਜੋ ਤੁਹਾਡੇ ਉਸ ਦੀ ਘਰ ਦੀ ਚਾਰ ਦੀਵਾਰੀ ਹੁੰਦੀ ਹੈ, ਲੱਕੜ ਦੀ ਬਣੀ ਹੁੰਦੀ ਹੈ ਆਲੇ ਦੁਆਲੇ, ਤਾਂ ਉਸ ਨੂੰ ਉਹ ਵਾਈਟ ਵਾਸ਼ ਕਰੇ। ਕਦੋਂ? ਅਗਲੇ ਦਿਨ, ਸੈਟਰਡੇ ਵਾਲੇ ਦਿਨ। ਨਾ ਸੈਟਰਡੇ ਵਾਲੇ ਦਿਨ ਕਿਉਂ? ਕਿਉਂਕਿ ਸੈਟਰਡੇ ਟੌਮ ਸਾਇਰ ਨੂੰ ਛੁੱਟੀ ਹੈ, ਤਾਂ ਉਹ ਹੁਣ ਉਸ ਦੀ ਸਜ਼ਾ ਲਗਾ ਦਿੰਦੀ ਹੈ ਵੀ ਤੂੰ ਅੱਜ ਸਾਰਾ ਦਿਨ ਖੇਲਦਾ ਰਹੇ, ਕੰਮ ਤੈਨੇ ਕੋਈ ਕਰਿਆ ਨਹੀਂ, ਤਾਂ ਹੁਣ ਤੂੰ ਕੱਲ ਨੂੰ ਆਹ ਵਾਲਾ ਕੰਮ ਕਰ। ਟੌਮ ਹੈਡ ਮੇਡ ਸਮ ਪਲਾਨਸ ਟੂ ਗੋ ਵਿਦ ਹਿਸ ਫਰੈਂਡਸ ਔਨ ਸੈਟਰਡੇ। ਹੁਣ ਟੌਮ ਨੇ ਅਗਲੇ ਦਿਨ ਵੀ ਪਲਾਨ ਬਣਾ ਰੱਖੇ ਹੁੰਦੇ ਨੇ ਵੀ ਆਪਾਂ ਸਵੇਰੇ ਚੱਲਾਂਗੇ, ਮੋਟਰ ਤੇ ਚੱਲਾਂਗੇ ਜਾਂ ਰਿਵਰ ਤੇ ਚੱਲਾਂਗੇ, ਇਹੋ ਜਿਹੇ ਪਲਾਨ ਬਣਾਏ ਹੋਣੇ ਤੁਹਾਡੇ ਵਾਂਗੂ, ਤੁਸੀਂ ਵੀ ਬਣਾਉਂਦੇ ਹੋ ਪਲਾਨ। ਤਾਂ ਟੌਮ ਨੇ ਕੁਝ ਬਣਾਏ ਹੋਏ ਸੀ, ਸਮ ਪਲਾਨਸ। ਪਲਾਨਸ ਦਾ ਮਤਲਬ ਕੋਈ ਉਸਦੇ ਸੀਗੇ ਕਿ ਯੋਜਨਾਵਾਂ ਸੀਗੀਆਂ ਕਿ ਆਪਾਂ ਇੱਧਰ ਨੂੰ ਜਾਵਾਂਗੇ, ਉੱਧਰ ਨੂੰ ਜਾਵਾਂਗੇ ਫਰੈਂਡਸ ਦੇ ਨਾਲ। ਕਿਹਦੇ ਨਾਲ? ਟੂ ਗੋ ਵਿਦ ਹਿਸ ਫਰੈਂਡਸ, ਆਪਣੇ ਫਰੈਂਡਸ ਦੇ ਨਾਲ, ਛੁੱਟੀ ਵਾਲੇ ਦਿਨ। ਔਨ ਸੈਟਰਡੇ, ਸੈਟਰਡੇ ਵਾਲੇ ਦਿਨ, ਸੈਟਰਡੇ ਉਹਨੂੰ ਛੁੱਟੀ ਹੈ ਸਕੂਲ ਤੋਂ, ਤਾਂ ਉਸ ਦਿਨ ਉਹਨੇ ਸਵੇਰ ਤੋਂ ਹੀ ਪਲਾਨ ਬਣਾਏ ਹੋਏ ਸੀਗੇ ਕਿ ਆਪਾਂ ਚੱਲਾਂਗੇ। ਹੁਣ ਹੋ ਗਿਆ ਉਲਟ, ਚਾਚੀ ਨੇ ਲਾਤਾ ਕੰਮ ਕਿ ਭਾਈ ਕਰ ਵਾਈਟ ਵਾਸ਼ ਸਾਰੀ ਫੈਂਸ ਨੂੰ। ਤਾਂ ਹੀ ਵਾਜ਼ ਵੈਰੀ ਸੈਡ that he had to work on the holiday। ਤਾਂ ਹੁਣ ਉਹ ਬਹੁਤ ਦੁਖੀ ਹੋ ਗਿਆ ਸੀ। he was very sad, ਬਹੁਤ ਜ਼ਿਆਦਾ ਦੁਖੀ ਹੋ ਗਿਆ ਕਿ ਉਸਨੂੰ ਕੰਮ ਕਰਨਾ ਪੈਣਾ ਹੈ। he had to, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਬੱਚੇ, ਜਦੋਂ ਆਪਾਂ had to ਲਗਾਉਂਦੇ ਆ ਨਾ ਸਬਜੈਕਟ ਦੇ ਨਾਲ, ਤਾਂ ਉੱਥੇ ਬੰਦਿਸ਼ ਆ ਜਾਂਦੀ ਹੈ। ਇਹ ਜਦੋਂ ਆਪਾਂ ਬੰਧਨ ਦੇ ਵਿੱਚ ਕੋਈ ਕੰਮ ਕਰਨਾ ਹੋਵੇ, ਆਪਾਂ ਜਿਵੇਂ ਪੰਜਾਬੀ 'ਚ ਕਹਿੰਦੇ ਨਾ ਯਾਰ ਬੰਨ ਜਾ ਪੈ ਗਿਆ, ਤਾਂ ਉਹ ਬੰਨਣ ਪੈ ਗਿਆ ਕੰਮ ਦਾ, ਤਾਂ ਆਪਾਂ ਉਦੋਂ ਇੰਗਲਿਸ਼ ਦੇ ਵਿੱਚ ਆਪਾਂ ਉੱਥੇ ਕੀ ਯੂਜ਼ ਕਰਨਾ ਹੈ? had to work। ਜਾਂ ਵਰਕ ਤੋਂ ਬਾਅਦ ਕੋਈ ਵੀ ਦੀ ਥਾਂ ਤੇ ਕੋਈ ਵੀ ਚੀਜ਼ ਲਗਾ ਸਕਦੇ ਹੋ ਜਿਸ ਕੰਮ ਦਾ ਤੁਹਾਨੂੰ ਬੰਧਨ ਪਿਆ। ਜਿਵੇਂ ਮੈਂ ਤੁਹਾਨੂੰ ਮੰਨੋ ਕਿ ਤੁਹਾਨੂੰ ਕਿਤੇ ਜਾਣ ਦਾ ਬੰਧਨ ਪੈ ਗਿਆ ਕਿ ਉੱਥੇ ਜਾ ਕੇ ਆਣਾ, ਤਾਂ ਤੁਸੀਂ ਕਹੋਗੇ ਹੈਡ ਟੂ ਗੋ, ਹੈ ਨਾ। ਹੈਡ ਟੂ ਵਰਕ ਦਾ ਮਤਲਬ ਕੰਮ ਦਾ ਬੰਧਨ ਪੈ ਗਿਆ, ਤਾਂ ਹੁਣ ਉਹਨੂੰ ਬੰਨਣ ਪੈ ਗਿਆ ਕੰਮ ਦਾ, ਟੂ ਵਰਕ। ਕਦੋਂ? ਔਨ ਦਾ ਹੋਲੀਡੇ, ਛੁੱਟੀ ਵਾਲੇ ਦਿਨ। ਉਹਦਾ ਪਲਾਨ ਬਣਾਈ ਬੈਠਾ ਆਪਣੇ ਦੋਸਤਾਂ ਨਾਲ
ਪਰ ਹੁਣ ਉਹਨੂੰ ਬੰਨਣ ਪੈ ਗਿਆ ਕਿ ਯਾਰ ਕੰਮ ਕਰਨਾ ਪਊਗਾ, ਵਾਈਟ ਵਾਸ਼ ਕਰਨੀ ਪੈਣੀ ਹੈ ਐਡੀ ਲੰਬੀ ਚੌੜੀ ਦੀਵਾਰ ਨੂੰ, ਸਾਰੇ ਘਰ ਦੀ ਚਾਰ ਦੀਵਾਰੀ ਨੂੰ। He found the job of whitewashing very dull. ਹੁਣ ਵਾਈਟ ਵਾਸ਼ਿੰਗ ਦਾ ਕੰਮ ਹੈ ਤਾਂ ਡਲ ਹੀ ਹੈ, ਮਾਰੀ ਜਾਓ ਬੁਰਸ਼ ਕਦੇ ਇੱਧਰ ਕਦੇ ਉੱਧਰ, ਕੰਮ 2-4 ਮਿੰਟ ਲਈ ਠੀਕ ਲੱਗਦਾ ਹੋਊਗਾ, ਲੇਕਿਨ ਆਪਾਂ ਨੂੰ ਜੇ ਅੱਧਾ ਘੰਟਾ ਘੰਟਾ 2-2 ਘੰਟੇ ਕੰਮ ਕਰਨਾ ਪੈ ਜੇ, ਵਾਈਟ ਵਾਸ਼ ਕਰਨੀ ਕਿਸੇ ਵੀ ਚੀਜ਼ ਨੂੰ ਪੈ ਜੇ, ਤਾਂ ਇਹ ਕੰਮ ਹੈ ਤਾਂ ਡਲ ਹੀ ਹੈ। ਖੈਰ ਮੈਂ ਇਹ ਨਹੀਂ ਕਹਿੰਦਾ ਕੰਮ ਤਾਂ ਕੋਈ ਬੁਰਾ ਨਹੀਂ ਹੁੰਦਾ, ਕੰਮ ਸਾਰੇ ਵਧੀਆ ਹੁੰਦੇ ਨੇ, ਲੇਕਿਨ ਇੱਕ ਬੱਚੇ ਲਈ ਡਲ ਹੈ ਇਹ, ਹੈ ਨਾ। ਤਾਂ ਹੀ ਫਾਊਂਡ ਦਾ ਜੌਬ, ਉਸਨੂੰ ਇਹ ਜਿਹੜੀ ਜੌਬ ਮਿਲੀ, ਜੌਬ ਮਤਲਬ ਕੰਮ ਮਿਲਿਆ ਕਾਹਦਾ, ਆਫ ਵਾਈਟ ਵਾਸ਼ਿੰਗ, ਕਲੀ ਕਰਨ ਦਾ, ਉਹਨੂੰ ਬੜਾ ਡਲ ਲੱਗਿਆ। ਹੀ ਫਾਊਂਡ ਇਟ ਵੈਰੀ ਡਲ ਦਾ ਮਤਲਬ ਹੈ ਕਿ ਉਸਨੂੰ ਇਹ ਬੜਾ ਬੇਰੁੱਖਾ ਜਿਹਾ, ਬੇਨੀਰਸ, ਜਿਹਦੇ ਚ ਕੋਈ ਰਾਸੀ ਨਾ ਹੋਵੇ, ਕੋਈ ਇੰਜੋਇਮੈਂਟ ਨਾ ਹੋਵੇ, ਉਹਨੂੰ ਆਪਾਂ ਡਲ ਕਹਿੰਦੇ ਆ। ਤਾਂ ਇਹਨੂੰ ਵਾਈਟ ਵਾਸ਼ਿੰਗ ਦਾ ਕੰਮ ਬੜਾ ਡਲ ਲੱਗਿਆ। ਪਰ ਹੁਣ ਤੁਹਾਨੂੰ ਪਤਾ ਹੈ ਕਿ ਟੌਮ ਸੈਰ ਹੈ ਬੜਾ ਜਗਾੜੀ, ਉਹਨੇ ਇੱਕ ਜੁਗਤ ਲੜਾਈ, ਬਟ ਹੀ ਥੌਟ ਆਫ ਅ ਪਲਾਨ, ਤਾਂ ਉਹਨੇ ਇੱਕ ਜੁਗਤ ਲਗਾਈ। ਇਹ ਲਾਈਨ ਯਾਦ ਕਰੋ, ਦਾ ਥਰਸਟੀ ਕਰੋ ਚ ਵੀ ਆਂਦੀ ਹੁੰਦੀ ਸੀ ਤੁਹਾਨੂੰ 6ਵੀਂ ਕਲਾਸ ਜਾਂ ਤੁਸੀਂ 5ਵੀਂ ਕਲਾਸ ਚ, ਥਰਸਟੀ ਕਰੋ ਦਾ ਜਿਹੜੀ ਸਟੋਰੀ ਪੜ੍ਹਦੇ ਹੁੰਦੇ ਸੀ, ਥੌਟ ਆਫ ਅ ਪਲਾਨ, ਉਹੀ ਗੱਲ, ਉਸਨੇ ਇੱਕ ਜੁਗਤ ਲਗਾਈ ਆਫ ਅ ਪਲਾਨ, ਪਲਾਨ ਦਾ ਮਤਲਬ ਕੋਈ ਯੋਜਨਾ ਘੜੀ ਉਸਨੇ। ਤਾਂ ਉਸਨੇ ਕੀ ਘੜੀ ਕਿ ਆਪਾਂ ਇੰਨੇ ਮਨ ਨਾਲ ਕੰਮ ਕਰਾਂਗੇ ਕਿ ਜਦੋਂ ਬਾਕੀ ਮੇਰੇ ਫਰੈਂਡਸ ਆਣਗੇ ਉਹਨਾਂ ਨੂੰ ਇਹ ਸ਼ੋਅ ਕਰਾਂਗੇ ਯਾਰ ਇਹ ਤਾਂ ਕੰਮ ਹੀ ਬਹੁਤ ਵਧੀਆ ਹੈ। ਤਾਂ ਫਿਰ ਉਹੀ ਹੋਇਆ, when his friend Ben Rogers came to see him, he pretended to him that his job of whitewashing was very interesting. ਥੋੜੀ ਲਾਈਨ ਵੱਡੀ ਹੈ, ਸਮਝੋ ਇਹਨੂੰ। ਕਹਿੰਦੇ ਜਦੋਂ ਉਸਦਾ ਫਰੈਂਡ, ਉਸਦਾ ਦੋਸਤ ਹੈ ਇੱਕ, ਬੈਨ ਰੋਜਰਸ ਦਾ ਨਾਮ ਯਾਦ ਰੱਖਣਾ ਬੇਟਾ, ਇਹਦੇ ਸਪੈਲਿੰਗ ਧਿਆਨ ਨਾਲ ਕਰ ਲੈਣੀ ਹੈ। ਬੈਨ ਰੋਜਰਸ ਜਦੋਂ ਉਸਦਾ ਫਰੈਂਡ ਉਸ ਕੋਲ ਆਂਦਾ ਹੈ, ਕੇਮ ਟੂ ਸੀ ਹਿਮ, ਉਸਨੂੰ ਉਸ ਕੋਲ ਆਂਦਾ ਹੈ, ਜਾਣਾ ਹੋਣਾ ਇਹਨਾਂ ਨੇ, ਪਲੈਨਿੰਗ ਤਾਂ ਕਰੀ ਹੋਈ ਸੀ ਨਾ, ਸ਼ਾਮ ਦੀ, ਉਹ ਪਿਛਲੀ ਸ਼ਾਮ ਦੀ ਉਹ ਪਲੈਨਿੰਗ ਕਰੀ ਹੋਈ ਸੀ 8-10 ਜਣਿਆਂ ਨੇ ਕਿ ਆਪਾਂ ਚੱਲਾਂਗੇ ਕਿਤੇ। ਤੇ ਉਹ ਜਦੋਂ ਉਹਨੂੰ ਮਿਲਣ ਆਂਦਾ ਹੈ, ਕੇਮ ਟੂ ਸੀ ਹਿਮ, ਤਾਂ ਉਹ ਪ੍ਰੀਟੈਂਡ ਕਰਦਾ ਨਾ, ਉਹ ਪ੍ਰੀਟੈਂਡ ਦਾ ਮਤਲਬ ਹੁੰਦਾ ਵਿਖਾਵਾ ਕਰਨਾ। ਤਾਂ ਹੀ ਦਾ ਮਤਲਬ ਇੱਥੇ ਕੌਣ ਹੈ ਜੀ, ਟੌਮ। ਹੀ ਦਾ ਮਤਲਬ ਟੌਮ ਹੈ। ਤਾਂ ਟੌਮ ਵਿਖਾਵਾ ਕਰਦਾ ਹੈ, ਪ੍ਰੀਟੈਂਡ ਕਰਦਾ ਹੈ ਟੂ ਹਿਮ, ਇੱਥੇ ਹਿਮ ਕੌਣ ਹੈ, ਬੈਨ ਰੋਜਰ। ਤਾਂ ਬੇਟਾ ਜਿਹੜੇ ਪ੍ਰਨਾਉਂਸ ਹੁੰਦੇ ਨੇ ਇਹਨਾਂ ਦਾ ਧਿਆਨ ਰੱਖਿਆ ਕਰੋ ਕਿ ਕਿਹੜਾ ਪ੍ਰਨਾਉਨ ਕਿਸ ਨਾਉਨ ਦੀ ਗੱਲ ਕਰ ਰਿਹਾ ਹੈ। ਇੱਥੇ ਹਿਮ ਦਾ ਮਤਲਬ ਬੈਨ ਰੋਜਰ ਹੈ, ਹੀ ਦਾ ਮਤਲਬ ਟੌਮ ਹੈ। ਤਾਂ ਟੌਮ ਪ੍ਰੀਟੈਂਡ ਕਰਦਾ ਹੈ ਬੈਨ ਰੋਜਰ ਨੂੰ ਕਿ ਜਿਹੜੀ ਉਹਦੀ ਵਾਈਟ ਵਾਸ਼ਿੰਗ ਦੀ ਕੰਮ ਹੈ, ਜੌਬ ਹੈ, ਕਲੀ ਕਰਨ ਵਾਲਾ ਕੰਮ ਹੈ, ਉਹ ਬਹੁਤ ਜ਼ਿਆਦਾ ਇੰਟਰਸਟਿੰਗ ਹੈ, ਇਹ ਤਾਂ ਕੰਮ ਹੀ ਬਹੁਤ ਵਧੀਆ ਹੈ। ਉਹਨੂੰ ਕਰਕੇ ਦਿਖਾਉਂਦਾ ਹੈ। ਉਹਨੂੰ ਦੇਖਿਆ ਹੋਣਾ, ਮੈਂ ਸਾਰਾ ਚੈਪਟਰ ਪੜ੍ਹਾਇਆ ਹੈ, ਮਾੜਾ ਜਿਹਾ ਬ੍ਰਸ਼ ਲਾ ਕੇ ਫੇਰ ਪਿੱਛੇ ਹਟ ਜਾਂਦਾ, ਦੇਖੀ ਜਾਂਦਾ ਧਿਆਨ ਨਾਲ, ਵੀ ਇੱਧਰ ਨੂੰ ਕਰਾਂ, ਇੱਧਰ ਨੂੰ ਕਰਾਂ, ਇੱਧਰ ਨੂੰ ਤੁਣਕਾ ਲਾਵਾਂ, ਐ ਕਰਾਂ, ਉਹ ਕਰਾਂ, ਕਦੇ ਸੱਜੇ ਕਦੇ ਖੱਬੇ। ਉਹਨੂੰ ਬੜਾ ਮਤਲਬ ਸ਼ੋਅ ਕਰਦਾ ਹੈ ਕਿ ਇਹਦਾ ਕੰਮ ਬਹੁਤ ਵਧੀਆ। ਤੇ ਬੈਨ ਰਿਕੁਐਸਟਡ ਟੌਮ ਟੂ ਡੂ ਦਾ ਵਾਈਟ ਵਾਸ਼। ਉਹ ਇਸ ਤਰ੍ਹਾਂ ਕਰਦਾ ਕਿਉਂ ਹੈ ਟੌਮ ਸਾਇਰ? ਉਹ ਇਸ ਕਰਕੇ ਕਰਦਾ ਹੈ ਕਿ ਉਹਨੂੰ ਮੈਂ ਸ਼ੋਅ ਕਰਾਂ ਕਿ ਕੰਮ ਬਹੁਤ ਇੰਟਰਸਟਿੰਗ ਹੈ, ਤਾਂ ਭਾਗਾਂ ਵਾਲੇ ਨੂੰ ਮਿਲਦਾ ਇਹ ਵਾਲਾ ਕੰਮ, ਹਰ ਕਿਸੇ ਬੰਦੇ ਨੂੰ ਤਾਂ ਮਿਲਦਾ ਹੀ ਨਹੀਂ। ਤਾਂ ਉਹ ਚਾਹੁੰਦਾ ਹੈ ਕਿ ਬੈਨ ਮੈਨੂੰ ਖੁਦ ਕਹੇ ਕਿ ਯਾਰ ਮੈਨੂੰ ਵੀ ਕੰਮ ਕਰਨ ਦੇ। ਉਹੀ ਗੱਲ ਹੁੰਦੀ ਹੈ, ਇਹੀ ਉਹਨੇ ਸਕੀਮ ਲਾਈ ਹੁੰਦੀ ਹੈ। ਤਾਂ ਬੈਨ ਰਿਕੁਐਸਟ ਕਰਦਾ, ਬੈਨ ਟੌਮ ਨੂੰ ਰਿਕੁਐਸਟ ਕਰਦਾ, ਪ੍ਰਾਰਥਨਾ ਕਰਦਾ ਟੂ ਡੂ ਦਾ ਵਾਈਟ ਵਾਸ਼, ਕਿ ਮੈਨੂੰ ਵੀ ਵਾਈਟ ਵਾਸ਼ ਕਰਨ ਦੇ, ਵਾਈਟ ਵਾਸ਼ ਕਰਨ ਦੇ, ਮੈਨੂੰ ਕਲੀ ਕਰਨ ਦੇ। ਬੈਨ ਗੇਵ ਹਿਮ ਹਿਜ਼ ਐਪਲ ਇਨ ਰਿਟਰਨ। ਤਾਂ ਪਹਿਲਾਂ ਤਾਂ ਤੁਹਾਨੂੰ ਪਤਾ ਬੇਟਾ, ਆਪਾਂ ਚੈਪਟਰ ਚ ਪੜਿਆ, ਮਾੜਾ ਨਾ ਨੁੱਕਰ ਜੀ ਕਰਦਾ, ਨਹੀਂ ਆਂਟ ਪੋਲੀ ਕੀ ਕਹੂਗੀ, ਉਹ ਤਾਂ ਬੜੀ ਸਖਤ ਹੈ, ਉਹਨੂੰ ਪਤਾ ਲੱਗੂਗਾ ਕਿ ਕਿਸੇ ਪਤਾ ਨਹੀਂ ਕੌਣ ਕੀ ਕਰ ਗਿਆ, ਗਲਤ ਹੋ ਜੂ, ਇਹ ਹੋ ਜੂ, ਉਹ ਹੋ ਜੂ, ਡਰਾਮਾ ਜਿਹਾ ਕਰਦਾ ਟੌਮ ਸਾਇਰ। ਲੇਕਿਨ ਬਾਅਦ ਚ ਅਸਲੀ ਤਾਂ ਉਹਨੇ ਇਹੀ ਕਹਾਣਾ ਹੁੰਦਾ ਹੈ ਕਿ ਕੰਮ ਉਹ ਕਰੇ ਤੇ ਮੈਨੂੰ ਐਪਲ ਦੇਵੇ। ਐਪਲ ਖਾ ਰਿਹਾ ਹੁੰਦਾ ਨਾ ਉਸ ਟਾਈਮ ਬੈਨ ਰੋਜਰ। ਤਾਂ ਬੈਨ ਕੀ ਕਰਦਾ ਫਿਰ, ਉਹਨੂੰ ਲਾਲਚ ਦਿੰਦਾ ਕਿ ਚਲ ਜੇ ਤੂੰ ਮੈਨੂੰ ਵਾਈਟ ਵਾਸ਼ਿੰਗ ਕਰਨ ਦੇਂਗਾ ਤੈਨੂੰ ਮੈਂ ਆਪਣਾ ਐਪਲ ਦੇ ਦੂੰਗਾ। ਤਾਂ ਉਹੀ ਗੱਲ ਹੁੰਦੀ ਹੈ ਕਿ ਬੈਨ ਗੇਵ ਹਿਮ ਹਿਜ਼ ਐਪਲ, ਤਾਂ ਉਹ ਆਪਣਾ ਐਪਲ ਉਹਨੂੰ ਦੇ ਦਿੰਦਾ ਹੈ ਇਨ ਰਿਟਰਨ, ਬਦਲੇ ਦੇ ਵਿੱਚ। ਇਨ ਰਿਟਰਨ ਦਾ ਮਤਲਬ ਬਦਲੇ ਦੇ ਵਿੱਚ। ਕਿਹੜੇ ਬਦਲੇ ਦੇ ਵਿੱਚ? ਕਿ ਤੂੰ ਮੈਨੂੰ ਵਾਈਟ ਵਾਸ਼ਿੰਗ ਕਰਨ ਦੇਂਗਾ ਤੇ ਮੈਂ ਤੈਨੂੰ ਆਪਣਾ ਐਪਲ ਦੇ ਦੂੰਗਾ। ਤੇ ਹੁਣ ਇਹਨੇ ਜਿਹੜੀ ਇਹ ਸਕੀਮ ਲਾਈ ਹੁੰਦੀ ਹੈ ਬੈਨ ਰੋਜਰ ਨਾਲ, ਇਹੀ ਸਕੀਮ ਉਹ ਸਾਰਿਆਂ ਦੇ ਨਾਲ ਲਾਉਂਦਾ, ਕਿਉਂਕਿ ਵਾਈਟ ਵਾਸ਼ਿੰਗ ਦਾ ਬੇਟਾ ਕੰਮ ਕਾਫੀ ਹੁੰਦਾ। ਜਦੋਂ ਤੁਸੀਂ ਇੱਕ ਕੰਧ ਨੂੰ ਵਾਈਟ ਵਾਸ਼ ਕਰਦੇ ਹੋ ਤਾਂ ਕਈ ਵਾਰੀ 2-2 3-3 4-4 ਘੰਟੇ ਲੱਗ ਜਾਂਦੇ ਨੇ। ਹੁਣ ਬੈਨ ਰੋਜਰ ਥੱਕ ਗਿਆ, ਥੱਕ ਕੇ ਉਹ ਆਪਣਾ ਜਿੰਨਾ ਕੁ ਕਰ ਸਕਿਆ ਕਰਿਆ, ਉਸ ਤੋਂ ਬਾਅਦ ਕੋਈ ਹੋਰ ਆ ਗਿਆ। ਤਾਂ ਇਨ ਦਾ ਸੇਮ ਵੇ, ਇਸੇ ਤਰੀਕੇ ਦੇ ਨਾਲ ਅਦਰ ਬॉयਜ਼, ਹੋਰ ਲੜਕੇ ਜਿਹੜੇ ਉਹਦੇ ਨਾਲ ਦੇ ਹੋਰ ਫਰੈਂਡਸ ਨੇ, ਬਿਲੀ ਐਂਡ ਜੋਨੀ ਆਲਸੋ ਫੈਲ ਇਨ ਹਿਸ ਟ੍ਰੈਪ। ਤਾਂ ਬਿਲੀ ਵੀ ਉਹਦੇ ਫਰੈਂਡ ਦਾ ਨਾਮ ਹੈ ਜੀ, ਤੇ ਜੋਨੀ ਵੀ ਉਹਦੇ ਫਰੈਂਡ ਦਾ ਨਾਮ ਹੈ। ਤੇ ਬਿਲੀ ਤੇ ਜੋਨੀ ਦੋਨੇ ਆਲਸੋ ਫੈਲ ਇਨ ਹਿਸ ਟ੍ਰੈਪ, ਉਹਦੇ ਜਾਲ 'ਚ ਫਸ ਜਾਂਦੇ ਆ। ਟ੍ਰੈਪ ਦਾ ਮਤਲਬ ਜਾਲ, ਚੁੰਗਲ, ਫੈਲ ਦਾ ਮਤਲਬ ਹੈ ਨਾ, ਸੈਕੰਡ ਵਰਬ ਆ ਗਈ, ਫਾਲ, ਫੈਲ, ਫਾਲਨ, ਹੈ ਨਾ। ਤਾਂ ਇਹ ਉਹਦੇ ਜਾਲ 'ਚ ਫਸ ਜਾਂਦੇ ਨੇ ਇਹ।
ਇਹ ਫੈਲਿੰਗ ਦਾ ਟ੍ਰੈਪ ਹੁੰਦਾ ਨਾ ਕਿ ਜਾਲ 'ਚ ਫਸਣਾ। ਦੇ ਡਿਡ ਦਾ ਵਾਈਟ ਵਾਸ਼ਿੰਗ, ਉਹ ਵੀ ਉਹੀ ਕੰਮ ਕਰਦੇ ਨੇ, ਉਹ ਵੀ ਵਾਈਟ ਵਾਸ਼ਿੰਗ ਕਰਦੇ ਨੇ। ਸੇਮ ਆਹੀ ਸਕੀਮ ਉਹ ਹਰ ਇੱਕ ਫਰੈਂਡ ਦੇ ਨਾਲ ਲਾਉਂਦਾ ਹੈ। ਜਦੋਂ ਵੀ ਕੋਈ ਨਵਾਂ ਫਰੈਂਡ ਆਉਂਦਾ ਉਹਨੂੰ ਮਿਲਣ, ਉਹ ਉਵੇਂ ਬੜਾ ਦਿਖਾਵਾ ਜਿਹਾ ਕਰਦਾ ਹੈ ਕਿ ਕੰਮ ਹੀ ਬਹੁਤ ਵਧੀਆ ਹੈ, ਬੜਾ ਧਿਆਨ ਨਾਲ ਕਰਦਾ ਹੈ। ਤੇ ਉਹ ਬਾਕੀ ਉਹ ਕਹਿੰਦੇ ਨੇ ਯਾਰ ਸਾਨੂੰ ਵੀ ਕਰਨ ਦੇ ਕੰਮ, ਤੇ ਹਰ ਇੱਕ ਤੋਂ ਕੋਈ ਨਾ ਕੋਈ ਚੀਜ਼ ਲਈ ਜਾਂਦਾ ਹੈ। ਜਿਵੇਂ ਉਹਨੇ ਬੈਨ ਤੋਂ ਐਪਲ ਲੈ ਲਿਆ, ਤਾਂ ਇਸੇ ਤਰ੍ਹਾਂ ਬਿਲੀ, ਜੋਨੀ, ਜੋ ਆਈ ਜਾਂਦੇ ਉਹਨਾਂ ਤੋਂ ਚੀਜ਼ਾਂ ਲਈ ਜਾਂਦਾ। ਤਾਂ ਇਨ ਰਿਟਰਨ, ਵਾਪਸ ਦੇ ਵਿੱਚ, ਇਨ ਰਿਟਰਨ they gave him their some valuable things। ਦੇ ਦਾ ਮਤਲਬ ਉਹਦੇ ਸਾਰੇ ਦੋਸਤ ਆ ਗਏ, ਕਿ ਉਹ ਜਿਹੜੇ ਸਾਰੇ ਫਰੈਂਡਸ ਨੇ ਉਹ ਉਸਨੂੰ ਦਿੰਦੇ ਨੇ। ਹਿਮ ਦਾ ਮਤਲਬ ਇੱਥੇ ਟੌਮ ਆ ਗਿਆ, ਤਾਂ ਉਸਦੇ ਸਾਰੇ ਦੋਸਤਾਂ ਨੇ ਟੌਮ ਨੂੰ ਦੇ ਦਿੱਤੀਆਂ। ਕਿ ਦੇਅਰ ਦਾ ਮਤਲਬ ਇੱਥੇ ਫੇਰ ਦੋਸਤਾਂ ਤੋਂ ਹੈ, ਕਿਉਂਕਿ ਦੇਅਰ ਜਿਹੜਾ ਪ੍ਰਨਾਉਨ ਹੈ ਬੇਟਾ ਕਿਹਦੇ ਹਿਸਾਬ ਨਾਲ ਲਿਖਿਆ ਜਾਊਗਾ? ਦੇ ਹਿਸਾਬ ਨਾਲ। ਤਾਂ ਜਿਹੜਾ ਦੇਅਰ ਹੈ ਇਹ ਦੇ ਹਿਸਾਬ ਨਾਲ, ਕਿ ਉਹ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ, ਵੈਲਿਊਏਬਲ, ਵੈਲਿਊ ਦਾ ਮਤਲਬ ਕੀਮਤ ਹੁੰਦਾ ਹੈ, ਤੇ ਵੈਲਿਊਏਬਲ ਐਡਜੈਕਟਿਵ ਹੋ ਜਾਂਦਾ ਹੈ ਵਿਸ਼ੇਸ਼ਣ। ਆਪਣੀਆਂ ਕੁਝ ਕੀਮਤੀ ਚੀਜ਼ਾਂ ਕਿਹਨੂੰ ਦੇ ਦਿੰਦੇ ਨੇ? ਟੌਮ ਨੂੰ ਦੇ ਦਿੰਦੇ ਨੇ ਬਦਲੇ ਦੇ ਵਿੱਚ, ਇਨ ਰਿਟਰਨ। ਰਿਟਰਨ ਕੀ ਹੈ? ਕਿ ਟੌਮ ਉਹਨਾਂ ਨੂੰ ਵਾਈਟ ਵਾਸ਼ ਕਰਨ ਦਿੰਦਾ ਹੈ, ਤੇ ਉਹਨਾਂ ਤੋਂ ਚੀਜ਼ਾਂ ਵੀ ਲਈ ਜਾਂਦਾ, ਨਾਲੇ ਆਪਣਾ ਉੱਲੂ ਵੀ ਸਿੱਧਾ ਕਰੀ ਜਾਂਦਾ, ਕੰਮ ਵੀ ਕਰਾਈ ਜਾਂਦਾ ਉਹਨਾਂ ਤੋਂ। ਤਾਂ ਇਸ ਤਰੀਕੇ ਦੇ ਨਾਲ ਉਹ ਇੱਕ ਖਜ਼ਾਨਾ ਇਕੱਠਾ ਕਰ ਲੈਂਦਾ ਆਪਣੇ ਕੋਲ। ਇਹ ਸਾਰਾ ਚੈਪਟਰ ਆਪਾਂ ਬੇਟਾ ਪੜਿਆ ਬੜੇ ਉਹਦੇ ਨਾਲ। ਤਾਂ ਉਹਨੂੰ ਕੀ ਮਿਲਦਾ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਸ਼ਾਰਟ ਆਨਸਰ ਟਾਈਪ ਕੁਐਸਚਨ ਤੁਹਾਡਾ ਆਇਆ ਹੋਇਆ ਇਹਦੇ ਚ, ਤਾਂ ਆਨਸਰ ਇਹੀ ਤੁਸੀਂ ਲਿਖ ਸਕਦੇ ਹੋ। ਟੌਮ ਰਿਸੀਵਡ ਅ ਕਾਈਟ, ਤਾਂ ਉਹਨੂੰ ਇੱਕ ਕਾਈਟ ਮਿਲਦਾ। ਰਿਸੀਵ ਦਾ ਮਤਲਬ ਪ੍ਰਾਪਤ ਹੁੰਦਾ ਹੈ। ਅ ਰੈਟ, ਇੱਕ ਚੂਹਾ। ਮਾਰਬਲਸ, ਬੰਟੇ। ਅ ਬੋਟਲ, ਇੱਕ ਬੋਟਲ, ਟ੍ਰਾਂਸਪੇਰੈਂਟ ਜੀ ਬੋਟਲ ਤੁਹਾਨੂੰ ਮੈਂ ਦੱਸੀ ਸੀ ਚੈਪਟਰ ਦੇ ਵਿੱਚ। ਅ ਚਾਕ, ਇਹ। ਅ ਟਿਨ ਸੋਲਜਰ, ਇੱਕ ਟਿਨ ਦਾ ਬਣਿਆ ਹੋਇਆ ਸਿਪਾਹੀ ਦਾ ਖਿਡੌਣਾ। ਸਮ ਫਾਇਰ ਕ੍ਰੈਕਰਸ, ਕੁਝ ਪਟਾਕੇ। ਫਾਇਰ ਕ੍ਰੈਕਰ ਪਟਾਕਿਆਂ ਨੂੰ ਕਿਹਾ ਜਾਂਦਾ ਬੇਟਾ। ਅ ਲਿਟਲ ਕੈਟ, ਇੱਕ ਛੋਟੀ ਜੀ ਕੈਟ ਜਿਹਦੀ ਇੱਕੋ ਹੀ ਅੱਖ ਹੁੰਦੀ ਹੈ। ਐਂਡ ਅ ਹੈਂਡਲ ਆਫ ਨਾਈਫ, ਅਤੇ ਇੱਕ ਨਾਈਫ ਦਾ ਹੈਂਡਲ। ਤਾਂ ਇਹੋ ਜਿਹੀਆਂ ਚੀਜ਼ਾਂ ਉਹਨੂੰ ਮਿਲ ਜਾਂਦੀਆਂ। ਇਸ ਤਰ੍ਹਾਂ ਸਾਰੇ ਆਪਣੇ ਫਰੈਂਡਸ ਤੋਂ ਇਹ ਚੀਜ਼ਾਂ ਐਂਠ ਲੈਂਦਾ ਹੈ, ਨਾਲੇ ਉਹਨਾਂ ਤੋਂ ਕੰਮ ਵੀ ਕਰਾ ਲੈਂਦਾ। While his friends were doing his job, Tom relaxed and enjoyed his collected things। ਹੁਣ while ਦਾ ਮਤਲਬ ਜਦੋਂ ਉਸਦੇ ਜਿਹੜੇ ਦੋਸਤ ਨੇ ਉਹ ਉਸਦਾ ਕੰਮ ਕਰ ਰਹੇ ਨੇ। ਇਸ ਦਾ ਮਤਲਬ ਇੱਥੇ ਦੋਨਾਂ ਦਾ ਟੌਮ ਦਾ ਮਤਲਬ ਹੈ ਕਿ ਜਦੋਂ ਉਸਦੇ ਦੋਸਤ ਉਸਦਾ ਕੰਮ ਕਰ ਰਹੇ ਨੇ, ਡੂਇੰਗ ਹਿਸ ਜੌਬ, ਉਸਦਾ ਕੰਮ ਤਾਂ ਇਹ ਟੌਮ ਦਾ ਨਾ, ਲੇਕਿਨ ਕੰਮ ਟੌਮ ਦਾ ਉਹ ਆਪ ਹੀ ਕਰ ਰਹੇ ਨੇ। ਤਾਂ ਉਹਨਾਂ ਉਸ ਟਾਈਮ ਦੇ ਦੌਰਾਨ ਕੀ ਕਰਦਾ ਉਹ? ਦੇਖੋ ਕੋਮਾ ਪਿਆ ਹੋਇਆ, ਤਾਂ ਉਸ ਟਾਈਮ ਦੇ ਦੌਰਾਨ ਟੌਮ ਰਿਲੈਕਸ, ਆਰਾਮ ਕਰਦਾ, ਐਂਡ ਇੰਜੋਇਡ, ਅਤੇ ਆਨੰਦ ਮਾਣਦਾ ਹੈ ਕਿਹਨਾਂ ਚੀਜ਼ਾਂ ਦਾ? ਜਿਹੜੀਆਂ ਚੀਜ਼ਾਂ ਉਸਨੇ ਐਂਠੀਆਂ ਨੇ, ਕਲੈਕਟਡ ਥਿੰਗਸ, ਜੋ ਉਸ ਤੋਂ ਪ੍ਰਾਪਤ ਹੋਈਆਂ ਨੇ ਆਪਣੇ ਦੋਸਤਾਂ ਤੋਂ, ਉਹਨਾਂ ਚੀਜ਼ਾਂ ਦਾ ਆਨੰਦ ਮਾਣਦਾ। ਇੱਕ ਢੋਲ ਤੇ ਬੈਠਾ ਲੱਤਾਂ ਲਾਈ ਜਾਂਦਾ। ਆਪਾਂ ਇਹ ਸਾਰਾ ਚੈਪਟਰ ਪੜ੍ਹਿਆ। ਹੀ ਵਾਜ਼ ਵੈਰੀ ਪ੍ਰਾਊਡ ਆਫ ਹਿਸ ਪਲਾਨ, ਤੇ ਆਪਾਂ ਐਂਡ ਦੇ ਵਿੱਚ ਇਹ ਵੀ ਦੇਖਿਆ ਸੀ, ਕਹਿੰਦਾ ਪਲਾਨ ਬਣਾਉਣੇ ਹੋਣ ਤਾਂ ਇਹੋ ਜਿਹੇ ਬਣਾਏ ਜਾਣ। ਹੀ ਵਾਜ਼ ਵੈਰੀ ਪ੍ਰਾਊਡ ਆਫ ਹਿਸ ਪਲਾਨ, ਉਹਨੂੰ ਆਪਣੇ ਪਲਾਨ ਜਿਹੜੇ ਉਹਨੇ ਜੁਗਤ ਲੜਾਈ ਹੁੰਦੀ ਹੈ, ਸਕੀਮ ਲਾਈ ਹੁੰਦੀ ਹੈ, ਉਸ ਤੇ ਬੜਾ ਮਾਣ ਹੁੰਦਾ ਹੈ। ਪ੍ਰਾਊਡ ਆਫ ਦਾ ਮਤਲਬ ਹੁੰਦਾ ਬੇਟਾ ਮਾਣ ਹੋਣਾ। when the whole fence got whitewashed, he showed it to his aunt Polly। when ਜਦੋਂ ਸਾਰੀ ਦੀ ਸਾਰੀ ਦੀਵਾਰ ਵਾਈਟ ਵਾਸ਼ ਹੋ ਜਾਂਦੀ ਹੈ, ਗॉट ਵਾਈਟ ਵਾਸ਼ ਦਾ ਮਤਲਬ ਸਾਰੀ ਦੀ ਸਾਰੀ ਦੀਵਾਰ ਚ ਕਲੀ ਹੋ ਜਾਂਦੀ ਹੈ, ਤਾਂ ਉਹ he showed it ਦਾ ਮਤਲਬ ਇੱਥੇ ਫੈਂਸ ਨੂੰ ਕਿਹਾ ਗਿਆ ਕਿ ਉਹ ਇਸ ਨੂੰ ਦਿਖਾਉਂਦਾ ਹੈ। ਕਿਸ ਨੂੰ? ਆਪਣੀ ਆਂਟ ਪੋਲੀ ਨੂੰ, ਚਾਚੀ ਪੋਲੀ ਨੂੰ ਦਿਖਾ ਦਿੰਦਾ ਹੈ ਕਿ ਦੇਖੋ ਜੀ ਚਾਚੀ ਜੀ ਕੰਮ ਹੋ ਗਿਆ ਸਾਰਾ, ਦੇਖੋ। ਤੇ ਆਂਟ ਪੋਲੀ ਵਾਜ਼ ਵੈਰੀ ਹੈਪੀ, ਆਂਟ ਪੋਲੀ ਬਹੁਤ ਖੁਸ਼ ਹੁੰਦੀ ਹੈ। ਹਾਲਾਂਕਿ ਉਸ ਨੂੰ ਆਸ ਨਹੀਂ ਹੁੰਦੀ ਕਿ ਟੌਮ ਇਹ ਕੰਮ ਕਰੂਗਾ, ਪਰ ਕੰਮ ਹੋ ਜਾਂਦਾ। ਤਾਂ ਆਂਟ ਪੋਲੀ ਬੜੀ ਖੁਸ਼ ਹੁੰਦੀ ਹੈ। ਐਂਡ ਸ਼ੀ ਗੇਵ ਹਿਮ ਦਾ ਬੈਸਟ ਐਪਲ, ਅਤੇ ਉਹਨੂੰ ਸਭ ਤੋਂ ਵਧੀਆ ਮਿੱਠਾ ਤਾਜ਼ਾ ਐਪਲ ਦਿੰਦੀ ਹੈ ਘਰੋਂ ਲਿਆ ਕੇ। ਸ਼ੀ ਗੇਵ ਹਿਮ, ਸ਼ੀ ਦਾ ਮਤਲਬ ਆਂਟ ਪੋਲੀ ਹੋ ਗਿਆ, ਹਿਮ ਦਾ ਮਤਲਬ ਟੌਮ ਸਾਇਰ ਹੋ ਗਿਆ। ਦਾ ਬੈਸਟ ਐਪਲ, ਸਭ ਤੋਂ ਵਧੀਆ ਐਪਲ ਉਸਨੂੰ ਦਿੰਦੀ ਹੈ ਖਾਣ ਦੇ ਲਈ। ਸ਼ੀ ਆਲਸੋ ਅਲਾਉਡ ਟੌਮ ਟੂ ਪਲੇ ਵਿਦ ਹਿਸ ਫਰੈਂਡਸ, ਤਾਂ ਹੁਣ ਉਹ ਟੌਮ ਨੂੰ ਅਲਾਉ ਵੀ ਕਰ ਦਿੰਦੀ ਹੈ। ਅਲਾਉ ਦਾ ਮਤਲਬ ਇਜਾਜ਼ਤ ਦੇ ਦਿੰਦੀ ਹੈ ਟੌਮ ਨੂੰ, ਤਾਂ ਕਿ ਉਹ ਖੇਡ ਸਕੇ। ਟੂ ਪਲੇ ਕਿਹਦੇ ਨਾਲ? ਵਿਦ ਹਿਸ ਫਰੈਂਡਸ, ਆਪਣੇ ਫਰੈਂਡਸ ਦੇ ਨਾਲ। ਇਹੀ ਤਾਂ ਚਾਹੁੰਦਾ ਹੁੰਦਾ ਉਹ। ਨਾਲੇ ਤਾਂ ਦੇਖੋ ਕੰਮ ਹੋ ਗਿਆ, ਨਾਲੇ ਉਸਨੂੰ ਇਜਾਜ਼ਤ ਮਿਲ ਗਈ ਹੁਣ ਜਾਣ ਦੀ, ਇੱਧਰ ਉੱਧਰ ਆਪਣੇ ਦੋਸਤਾਂ ਨਾਲ ਅਵਾਰਾਗਰਦੀ ਕਰਨ ਦੀ, ਇਹੀ ਚਾਹੁੰਦਾ ਹੁੰਦਾ। ਤਾਂ ਤੁਸੀਂ ਦੇਖੋ ਕਿ ਉਹ ਸਕੀਮ ਲਾ ਕੇ ਸਾਰਿਆਂ ਨੂੰ ਉੱਲੂ ਬਣਾ ਜਾਂਦਾ ਹੈ, ਵਿੱਚ ਆਪਣੀ ਚਾਚੀ ਨੂੰ, ਵਿੱਚ ਆਪਣੇ ਦੋਸਤਾਂ ਨੂੰ, ਨਾਲੇ ਕੰਮ ਕਰਾ ਦਿੰਦਾ। ਤਾਂ ਰੀਅਲੀ ਟੌਮ ਵਾਜ਼ ਅ ਵੈਰੀ ਕਲੈਵਰ ਬॉय। ਸੱਚਮੁੱਚ ਟੌਮ ਇੱਕ ਬਹੁਤ ਹੀ ਸ਼ਰਾਰਤੀ ਲੜਕਾ ਹੈ, ਚਲਾਕ ਲੜਕਾ ਹੈ। ਤਾਂ ਬਹੁਤ ਹੀ ਇੰਪੋਰਟੈਂਟ ਜਿਹੜਾ ਬੇਟਾ ਇਹ ਕਰੈਕਟਰ ਸਕੈਚ ਹੈ, ਇਸ ਨੂੰ ਚੰਗੀ ਤਰ੍ਹਾਂ ਤੁਸੀਂ ਜ਼ਰੂਰ ਆਪਣੀਆਂ ਜੋ ਟੈਕਸਟ ਕਾਪੀਜ਼ ਤੁਸੀਂ ਲਾਈਆਂ ਹੋਈਆਂ, ਟੈਕਸਟ ਬੁੱਕ ਵਾਲੀ ਕਾਪੀਜ਼ ਲਾਈਆਂ ਹੋਈਆਂ ਪੱਕੀਆਂ, ਉਸ ਤੇ ਇਸ ਨੂੰ ਨੋਟ ਕਰ ਲੈਣਾ।
ਇਹ ਜਿਹੜਾ ਆਨਸਰ ਹੈ ਬੇਟਾ ਇਸ ਨੂੰ ਐਜ਼ ਇਟ ਇਜ਼ ਹੀ, ਕਿਉਂਕਿ ਮੈਂ ਇਸ ਦੀ ਰਿਕਾਰਡਿੰਗ ਕਰ ਰਿਹਾ ਤੁਹਾਨੂੰ ਮੈਂ ਹੁਣੀ ਥੋੜੀ ਦੇਰ ਤੱਕ ਲਿੰਕ ਭੇਜ ਦਿੰਦਾ। ਹੁਣ ਤਾਂ ਤੁਸੀਂ ਸਮਝਿਆ, ਤੇ ਫਿਰ ਇਸ ਨੂੰ ਤੁਸੀਂ ਇਸੇ ਤਰ੍ਹਾਂ ਜਿਵੇਂ ਜਿਵੇਂ ਮੈਂ ਲਿਖਿਆ ਹੋਇਆ, ਜੇ ਇੱਕ ਦੋ ਗਲਤੀਆਂ ਨੇ ਵਿੱਚ ਮੈਂ ਕੱਢ ਵੀ ਦਿੱਤੀਆਂ ਤਾਂ ਤੁਸੀਂ ਉਹ ਗਲਤੀਆਂ ਠੀਕ ਕਰਕੇ ਲਿਖ ਲੈਣੀਆਂ ਨੇ ਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜਣੀਆਂ ਨੇ। ਤਾਂ ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਟਾ ਅਲਾਉ ਕਰਦਾ ਤੇ ਦੱਸੋ ਕਿ ਤੁਹਾਨੂੰ ਸਮਝ ਆਇਆ ਜਾਂ ਕੋਈ ਪ੍ਰੋਬਲਮ ਹੈ। ਹਾਂਜੀ ਬੋਲੋ ਜੀ। हाँ जी सर समझ आ गया जी। ਕੋਈ ਦਿੱਕਤ ਤਾਂ ਨਹੀਂ ਹੈ? ना जी। ਅੱਛਾ ਬਾਕੀ ਬੇਟਾ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਇੰਗਲਿਸ਼ ਇਲੈਕਟਿਵ ਦੀ, ਕਿਉਂਕਿ ਦੇਖੋ ਤੁਸੀਂ ਮੈਨੂੰ ਮਿਲਦੇ ਤਾਂ ਹੈ ਨਹੀਂ, ਠੀਕ ਹੈ ਨਾ, ਆਪਾਂ ਕਲਾਸ 'ਚ ਹੀ ਗੱਲ ਕਰਦੇ ਆਂ ਆਨਲਾਈਨ। ਤੇ ਦਮਨ ਆਵਾਜ਼ ਬੰਦ ਕਰੋ ਬੇਟਾ, ਪਿੱਛੋਂ ਆਵਾਜ਼ ਆ ਰਹੀ ਹੈ, ਅਨਮਿਊਟ ਕਰੋ। ਬਾਕੀ ਦੱਸੋ ਜੀ, ਗੁਰਮੀਤ, ਖੁਸ਼ਪ੍ਰੀਤ, ਮਨਪ੍ਰੀਤ, ਸਿਮਰਜੀਤ, ਸੁਖਮਨ, ਕੋਈ ਦਿੱਕਤ ਹੋਵੇ ਬੇਟਾ ਕੋਈ ਕਿਸੇ ਤਰ੍ਹਾਂ ਦੀ ਦੱਸੋ, ਸਮਝ ਆ ਰਿਹਾ ਇੰਗਲਿਸ਼ ਇਲੈਕਟਿਵ? ਇੱਕ ਇੱਕ ਨਾਲ ਗੱਲ ਕਰਦੇ ਆਂ ਆਪਾਂ। ਗੁਰਮੀਤ ਪਹਿਲਾਂ ਤੁਸੀਂ ਬੋਲੋ ਬੇਟਾ। हाँ जी सर समझ आ रही है जी। ਕੋਈ ਦਿੱਕਤ ਤਾਂ ਨਹੀਂ ਹੈ? ना हाँ जी। ਚਲੋ ਠੀਕ ਹੈ। ਖੁਸ਼ਪ੍ਰੀਤ ਤੁਸੀਂ ਕਰੋ ਹੁਣ ਬੇਟਾ। हाँ जी सर। ਕੋਈ ਦਿੱਕਤ ਬੇਟਾ ਇੰਗਲਿਸ਼ ਇਲੈਕਟਿਵ ਦੀ? ना जी ठीक सर। ठीक है। मनप्रीत ऑन करो जी। हाँ जी सर। हाँ जी मनप्रीत कोई दिक्कत हो बेटा दसो। ना जी सर। ठीक है जी। रंजोत ऑन करे बेटा। रंजोत, रंजोत इधर उधर हो गए। सिमरजीत बेटा तुसी दसो। हाँ जी सर। कोई दिक्कत बेटा? कोई दिक्कत नहीं? नहीं है, ठीक है। सुखमन ਹਾਂਜੀ ਸਰ ਕੋਈ ਪ੍ਰੋਬਲਮ ਨਹੀਂ। ਚਲੋ ਜੇ ਕੋਈ ਹੁੰਦੀ ਹੈ ਤਾਂ ਮੈਨੂੰ ਤੁਸੀਂ WhatsApp ਤੇ ਦੱਸਿਆ ਕਰੋ ਆਪਣੀ ਦਿੱਕਤ। ਛੋਟੇ ਕੁਐਸਚਨਸ ਹੁਣ ਤੁਸੀਂ ਕਰਨੇ ਆ, ਠੀਕ ਹੈ। ਸ਼ਾਰਟ ਆਨਸਰ ਟਾਈਪ ਕੁਐਸਚਨ ਹੁਣ ਕਰੋ ਤੁਸੀਂ। ਪਹਿਲਾਂ ਇੱਕ ਵਾਰੀ ਮੇਰੇ ਤੋਂ ਐਸੇ ਟਾਈਪ ਕੁਐਸਚਨ ਸਮਝ ਲਿਆ ਕਰੋ, ਕਿਉਂਕਿ ਐਸੇ ਟਾਈਪ ਕੁਐਸਚਨ ਦੇ ਵਿੱਚ ਹੀ ਕਈ ਵਾਰੀ ਛੋਟੇ ਕੁਐਸਚਨਾਂ ਦੇ ਆਨਸਰ ਪਏ ਹੁੰਦੇ ਆ। ਤਾਂ ਪਹਿਲਾਂ ਨਾ ਕਰਿਆ ਕਰੋ ਸ਼ਾਰਟ ਆਨਸਰ ਟਾਈਪ ਕੁਐਸਚਨ, ਪਹਿਲਾਂ ਮੇਰੇ ਤੋਂ ਇੱਕ ਵਾਰੀ ਐਸੇ ਟਾਈਪ ਕੁਐਸਚਨ ਜਿਹੜਾ ਹੁੰਦਾ ਚੈਪਟਰ ਦਾ ਸਮਝ ਲਿਆ ਕਰੋ। ਹੁਣ ਤੁਸੀਂ ਇਹਨੂੰ ਉਤਾਰ ਲੈਣਾ ਆਪਣੀਆਂ ਫੇਅਰ ਨੋਟਬੁੱਕਸ ਤੇ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਰਫ ਕਾਪੀ ਤੇ ਛੋਟੇ ਕੁਐਸਚਨਾਂ ਦੇ ਸਿਰਫ ਆਨਸਰ ਲਿਖ ਕੇ ਮੈਨੂੰ ਸੈਂਡ ਕਰੋ। ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਪੁੱਛੋ। ਇੱਕ ਅੱਧਾ ਲੈਕਚਰ ਆਪਾਂ ਦੇਖਦੇ ਹਾਂ, ਸ਼ਾਇਦ ਇਹਦਾ ਐਕਸਰਸਾਈਜ਼ ਦਾ ਜੇ ਕੁਝ ਹੈ ਤਾਂ ਆਪਾਂ ਕਰਦੇ ਹਾਂ ਕੱਲ ਨੂੰ, ਉਹ ਲਗਾਉਂਦੇ ਹਾਂ। ਬਾਕੀ ਠੀਕ ਹੈ ਜੀ, ਇੰਗਲਿਸ਼ ਦੀ ਕਲਾਸ +1 ਦੀ ਲਗਾਉਂਦੇ ਹਾਂ ਆਪਾਂ 10 ਵਜੇ। ਓਕੇ।